ਇੱਥੇ ਆਉਣ ਦੇ ਦੋ ਕਾਰਨ ਹੈ ਜੀ। ਇੱਕ ਤਾਂ ਜਿਹੜੀ ਕਾਂਗਰਸ ਦੀ ਗੁੰਡਾਗਰਦੀ ਚੱਲ ਰਹੀ ਹੈ, ਇੱਕ ਵਿਜੀਲੈਂਸ ਦੀ ਇਨਕੁਆਇਰੀ ਜਿਹੜੀ ਜਾਂਚ ਚੱਲ ਰਹੀ ਹੈ, ਜਿਹਦੇ 'ਚ ਭਾਰਤ ਭੂਸ਼ਣ ਮੰਤਰੀ ਜਿਹੜਾ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਆਦਮੀ ਆਪਾਂ ਜਾਣਦੇ ਹਾਂ, ਇਹਦੇ ਬਾਰੇ ਮੈਨੂੰ ਲਫ਼ਜ਼ਾਂ ਦੀ ਲੋੜ ਨਹੀਂ ਹੈਗੀ, ਉਹ ਫੜ ਕੇ ਬਿਠਾਇਆ ਹੋਇਆ ਹੈ। ਇਹ ਹਰੀਸ਼ ਹੋਰਾਂ ਦੀਆਂ ਨਜਾਇਜ਼ ਔਲਾਦਾਂ ਆਸ਼ੂਰੀ, ਠੀਕ ਹੈ। ਹਰੀਸ਼ ਭਾਈ ਚੌਧਰੀ ਕਿਉਂਕਿ ਤਾਜ਼ੀ ਪੈਸੇ ਖਾਦੇ ਸੀ ਪਿੱਛੇ ਰਾਜਸਥਾਨ ਆਉਣੇ ਹੁੰਦੇ ਆ, ਤਾਂ ਉਹ ਆਉਣਾ ਪੈਂਦਾ। ਜਿੰਨੇ ਬੰਦੇ ਵੀ ਉੱਥੇ ਆਉਂਦੇ ਆ ਇਹਦੀ ਹੱਕ ਵਿੱਚ, ਇਹ ਉਹੀ ਬੰਦੇ ਆ ਜਿਨ੍ਹਾਂ ਨੇ ਇਹਦੇ ਕੋਲੋਂ ਪੈਸੇ ਖਾਦੇ ਹੋਏ ਆ, ਉਹਦੀ ਕਰਪਸ਼ਨ ਦੇ ਹਿੱਸੇਦਾਰ ਨੇ। ਇਹ ਜਿਹੜਾ ਅਸੀਂ ਸੀਪੀ ਜਿਹੜਾ ਹੈਗਾ ਆਫਿਸ ਹੈ, ਜਾਂ ਜਿਹੜੇ ਕਸਤੂਰੀ ਸ਼ਰਮਾ ਜੀ ਕਮਿਸ਼ਨਰ ਲੱਗੇ, ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ, ਸੁੱਤੇ ਹੋਏ ਲੋਕ ਹੈ, ਇਹਨਾਂ ਨੂੰ ਜਾਗ ਨਹੀਂ ਆਉਂਦੀ ਜਿੰਨਾ ਚਿਰ ਇਹਨੂੰ ਜਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਖੜਕਾਇਆ ਨਹੀਂ ਜਾਂਦਾ ਗੇਟ ਤੇ ਆ ਕੇ ਇਹਨਾਂ ਦੀ। ਫਿਰ ਹੁਣ ਕੀ ਅਸੀਂ ਰਾਈਫਲਾਂ ਚੱਕ ਲਈਏ? ਤੁਸੀਂ ਦੱਸੋ, ਡੈਮੋਕ੍ਰੇਸੀ ਹੈ, ਹੱਲ ਕੀ ਹੈਗਾ ਸਾਡੇ ਕੋਲ? ਤੁਸੀਂ ਦੱਸ ਦਿਓ ਵੀ ਅਸੀਂ ਇਸ ਤੋਂ ਇਲਾਵਾ ਹੋਰ ਕੀ ਹੱਲ ਕਰੀਏ। ਮਜਬੂਰੀ ਹੈ ਕਿ ਇਹਨਾਂ ਕੋਲੇ ਜਾਣਾ ਪੈਂਦਾ, ਕਾਤਲਾਂ ਕੋਲੇ ਹੀ ਜਾਣਾ ਪੈਂਦਾ ਕਿ ਅਸੀਂ ਤੁਹਾਡੇ ਜਿਹੜੇ ਮਜਲੂਮ ਹੈਗੇ ਆ। ਤੋ ਇਹ ਸਾਰੇ ਲੋਕ ਜਿਹੜੇ ਹੈਗੇ ਆ, ਇਹ ਕੱਲ ਤੱਕ ਸ਼ੇਰ ਬਣੇ ਹੋਏ ਸੀਗੇ, ਕਿਉਂਕਿ ਕੱਲ ਤੱਕ ਅਸੀਂ ਇਹ ਨਹੀਂ ਸੀਗੇ। ਕੱਲ ਵੀ ਮੈਂ ਗਿਆ, ਅੱਜ ਉਡੀਕਦੇ ਆ, ਕੱਲ ਫਿਰ ਉੱਥੇ ਜਾਵਾਂਗੇ, ਦੇਖਦੇ ਕਿੰਨੇ ਚਿਰ ਖੜਨਗੇ ਸਾਹਮਣੇ। ਬਾਂਦਰਾਂ ਨੂੰ ਟਪੂਸੀਆਂ ਤੋਂ ਰੋਕਣ ਵਾਸਤੇ ਪਤਾ ਕੌਣ ਚਾਹੀਦਾ ਹੁੰਦਾ? ਲੰਗੂਰ ਚਾਹੀਦਾ ਹੁੰਦਾ। ਆ ਲੰਗੂਰ ਖੜੇ ਆ ਸਾਰੇ ਵੱਡੀਆਂ ਪੂਛਾਂ ਵਾਲੇ, ਠੀਕ ਹੈ। ਇਹਨਾਂ ਨੇ ਮਾਰ ਪੁੱਛਾਂ ਨੇ ਇਹਨਾਂ ਨੂੰ ਬੰਦੇ ਬਣਾ ਦਿਆਂਗੇ ਇਹਨਾਂ ਨੂੰ, ਠੀਕ ਹੈ। ਤਾਂ ਇਸ ਕਰਕੇ ਇਹਨਾਂ ਨੂੰ ਉੱਥੇ ਕੋਈ ਪੁੱਛਣ ਵਾਲਾ ਕੋਈ ਨਹੀਂ ਸੀਗਾ, ਹੁਣ ਅਸੀਂ ਹੈਗੇ ਆ। ਤੋ ਇਹ ਜਿਹੜਾ ਜਿਵੇਂ ਆਸ਼ੂ ਦੇ ਖਿਲਾਫ ਕਤਲਾਂ ਦਾ ਸਿਸਟਮ ਚੱਲਿਆ, ਇਹ ਰਾਜਾ ਵੜਿੰਗ ਵੀ ਹੈਗਾ ਜਿਹੜਾ ਜਿਹੜੀਆਂ ਡਕੈਤੀਆਂ ਨੂੰ ਛੱਡ ਕੇ ਹੁਣ ਕਤਲਾਂ ਵਾਲੇ ਪਾਸੇ ਵੀ ਜਾਊਗਾ, ਉਹਦੀ ਵੀ ਪੈਰਵਾਈ ਕਰਾਂਗੇ ਪੂਰੀ। ਆਏ ਨੂੰ ਹੁਣ ਵਾਪਸ ਨਹੀਂ ਕੀਤਾ ਜਾ ਸਕਦਾ। ਹੁਣ ਮੈਂ ਸਾਰੀ ਐਵੀਡੈਂਸ ਦੇਵਾਂਗਾ ਤੇ ਫਿਰ ਜੇ ਪੁਲਿਸ ਠੀਕ ਕੰਮ ਕਰ ਰਹੀ ਹੈ ਤਾਂ ਪੁਲਿਸ ਠੀਕ ਕੰਮ ਕਿਉਂ ਕਰ ਰਹੀ ਹੈ? ਕਿਉਂਕਿ ਉੱਤੋਂ ਠੀਕ ਕਰਵਾਇਆ ਜਾ ਰਿਹਾ। ਇਹ ਨਹੀਂ ਕਿ ਵਿਜੀਲੈਂਸ ਹੀ ਠੀਕ ਕਰ ਰਹੀ ਹੈ, ਵਿਜੀਲੈਂਸ ਤੋਂ ਠੀਕ ਕਰਵਾਇਆ ਜਾ ਰਿਹਾ ਹੈ। ਇਹਦੇ ਸੀਨੀਅਰ ਅਫਸਰਾਂ ਨੂੰ ਇਹ ਹੁਕਮ ਹੈ, ਇਸ ਤੋਂ ਉੱਪਰ ਸਰਕਾਰ ਦਾ ਹੁਕਮ ਹੈ, ਤੇ ਇਸ ਕਰਕੇ ਸਰਕਾਰ ਤੱਕ ਜਾਂਦੇ ਅਸੀਂ ਵੀ ਚੰਗੀ ਗੱਲ ਕਰ ਰਹੇ ਹਾਂ। ਆਪਣੇ ਤਜਰਬਿਆਂ ਤੇ ਹੈਰਾਨੀ ਪ੍ਰਗਟ ਕਰਦੇ ਹਾਂ ਕਿ ਐਡੀ ਛੇਤੀ ਅੰਦਰ ਨਹੀਂ ਹੋਣਾ ਚਾਹੀਦਾ ਸੀ ਇਹ। ਅਜੇ ਇਹਦੇ ਮਤਲਬ ਹੱਡਾਂ ਦੇ ਵਿੱਚ ਤੇ ਮਾਸ ਦੇ ਵਿੱਚ ਬਹੁਤ ਖੂਨ ਸੀਗਾ ਪੀਣ ਵਾਸਤੇ ਲੋਕਾਂ ਦੇ। ਇੱਥੇ ਆਉਣ ਦੇ ਦੋ ਕਾਰਨ ਹੈ ਜੀ। ਇੱਕ ਤਾਂ ਜਿਹੜੀ ਕਾਂਗਰਸ ਦੀ ਗੁੰਡਾਗਰਦੀ ਚੱਲ ਰਹੀ ਹੈ, ਇੱਕ ਵਿਜੀਲੈਂਸ ਦੀ ਇਨਕੁਆਇਰੀ ਜਿਹੜੀ ਜਾਂਚ ਚੱਲ ਰਹੀ ਹੈ, ਜਿਹਦੇ 'ਚ ਭਾਰਤ ਭੂਸ਼ਣ ਮੰਤਰੀ ਜਿਹੜਾ ਦੁਨੀਆ ਦਾ ਸਭ ਤੋਂ ਭ੍ਰਿਸ਼ਟ ਆਦਮੀ ਆਪਾਂ ਜਾਣਦੇ ਹਾਂ, ਇਹਦੇ ਬਾਰੇ ਮੈਨੂੰ ਲਫ਼ਜ਼ਾਂ ਦੀ ਲੋੜ ਨਹੀਂ ਹੈਗੀ, ਉਹ ਫੜ ਕੇ ਬਿਠਾਇਆ ਹੋਇਆ ਹੈ। ਉਹਨਾਂ ਦੇ ਜਿਹੜੇ ਪੰਜਾਬ ਦੇ ਇੰਚਾਰਜ ਆਏ ਸੀ ਕੱਲ, ਹਰੀਸ਼ ਚੌਧਰੀ ਜੀ, ਉਹਨਾਂ ਨੇ ਤਾਂ ਕਿਹਾ ਸਭ ਤੋਂ ਇਮਾਨਦਾਰ ਇਹ ਹਰੀਸ਼ ਹੋਰਾਂ ਦੀਆਂ ਨਜਾਇਜ਼ ਔਲਾਦਾਂ ਆਸ਼ੂਰੀ, ਠੀਕ ਹੈ। ਇਹ ਟਿਕਟਾਂ ਇਹੀ ਲੈ ਕੇ ਦਿੰਦੇ ਰਹੇ ਜਦੋਂ ਆਈਬੀ ਦੀ ਜਾਂਚ ਸੀਗੀ, ਇੱਕ ਜਦੋਂ ਇਹਦੇ ਖਿਲਾਫ ਇਹਨੂੰ 12 ਵਿੱਚ ਪਹਿਲੀ ਵਾਰੀ ਜੋ ਟਿਕਟ ਮਿਲੀ ਹੈ, ਤੇ ਇੱਕ ਆਈਬੀ ਦੀ ਰਿਪੋਰਟ ਸੀਗੀ, ਉਹ ਇਹਦੇ ਖਿਲਾਫ ਜਾਰੀ ਸੀ। ਉਦੋਂ ਫਿਰ ਆਈਬੀ ਦੇ ਉਹ ਅਫਸਰਾਂ ਨਾਲ ਜੋ ਇਹਨਾਂ ਨੇ ਪੈਸਾ ਦਿੱਤਾ, ਜੋ ਉਹਨਾਂ ਨੂੰ ਅਬਲਾਈਜ਼ ਕੀਤਾ, ਠੀਕ ਹੈ। ਉਹ ਹਰੀਸ਼ ਜਿਹੜਾ ਇਹ ਚੌਧਰੀ ਹੋ ਰਹੀ ਹੈ, ਉਹਦੇ ਇੱਕ ਜਿਹੜੇ ਪੰਡਿਤ ਕਿਸ਼ੋਰੀ ਲਾਲ ਹੋਰੀ ਤੁਸੀਂ ਜਾਣਦੇ ਬੜੇ ਇੱਥੋਂ ਦੇ ਪੁਰਾਣੇ ਹੈਗੇ ਆ, ਉਹਨਾਂ ਨੂੰ ਟਿਕਟਾਂ ਦਿਵਾਉਣ ਵਾਲੇ ਬੰਦੇ ਸੀ, ਜਿਹੜੇ ਅੱਜ ਇਹ ਕਹਿੰਦੇ ਕਿ ਇਹ ਜਿਹੜਾ ਹੁਣ ਬਹੁਤ ਵੱਡਾ ਹੋ ਕੇ ਸਾਡੇ ਤੋਂ ਕਿਤੇ ਬਹੁਤ ਦੂਰ ਚਲਾ ਗਿਆ। ਤੇ ਹਰੀਸ਼ ਭਾਈ ਚੌਧਰੀ ਕਿਉਂਕਿ ਤਾਜ਼ੀ ਪੈਸੇ ਖਾਦੇ ਸੀ ਪਿੱਛੇ ਰਾਜਸਥਾਨ ਆਉਣੇ ਹੁੰਦੇ ਆ, ਤਾਂ ਉਹ ਆਉਣਾ ਪੈਂਦਾ। ਜਿੰਨੇ ਬੰਦੇ ਵੀ ਉੱਥੇ ਆਉਂਦੇ ਆ ਇਹਦੀ ਹੱਕ ਵਿੱਚ, ਇਹ ਉਹੀ ਬੰਦੇ ਆ ਜਿਨ੍ਹਾਂ ਨੇ ਇਹਦੇ ਕੋਲੋਂ ਪੈਸੇ ਖਾਦੇ ਹੋਏ ਆ, ਉਹਦੀ ਕਰਪਸ਼ਨ ਦੇ ਹਿੱਸੇਦਾਰ ਨੇ, ਇਹਦੇ ਡਿਪਾਰਟਮੈਂਟ ਨਾਲ ਜੁੜੇ ਹੋਏ ਕਿਸੇ ਤਰ੍ਹਾਂ ਦੀ ਕਰਪਸ਼ਨ ਦੇ ਹਿੱਸੇਦਾਰ ਨੇ, ਉਹਨੂੰ ਬਚਾਉਣ ਕਰਕੇ ਆਉਂਦੇ ਆ। ਉਹਦੇ ਕਰਕੇ ਇੱਕ ਤਾਂ ਇਹ ਜਿਹੜਾ ਅਸੀਂ ਸੀਪੀ ਜਿਹੜਾ ਹੈਗਾ ਆਫਿਸ ਹੈ, ਜਾਂ ਜਿਹੜੇ ਕਸਤੂਰੀ ਸ਼ਰਮਾ ਜੀ ਕਮਿਸ਼ਨਰ ਲੱਗੇ, ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ, ਸੁੱਤੇ ਹੋਏ ਲੋਕ ਹੈ, ਇਹਨਾਂ ਨੂੰ ਜਾਗ ਨਹੀਂ ਆਉਂਦੀ ਜਿੰਨਾ ਚਿਰ ਇਹਨੂੰ ਜਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਖੜਕਾਇਆ ਨਹੀਂ ਜਾਂਦਾ ਗੇਟ ਤੇ ਆ ਕੇ ਇਹਨਾਂ ਦੀ। ਪਰ ਸਰ ਜੇ ਗੱਲਬਾਤ ਕਰੀਏ ਤਾਂ ਤੁਸੀਂ ਖੁਦ ਹੀ ਪੁਲਿਸ ਅੱਜ ਜਿਹੜੇ ਆਏ ਹੋ ਸਾਰੇ ਪੁਲਿਸ ਪਰਿਵਾਰ? ਬਿਲਕੁਲ ਜੀ, ਬਿਲਕੁਲ। ਇਹ ਪੀੜਤ ਲੋਕ ਆਏ ਹੋਏ ਸਾਰੇ। ਹਾਂ ਜੀ। ਕਹਿੰਦੇ ਅਫਸਰ ਖਾਸ ਦੋਸਤ ਹੁੰਦਾ ਹੈ ਇੱਕ। ਤੁਸੀਂ ਦੇਖੀ ਜਾਂਦੇ ਫਿਰ ਕਿੰਨੇ ਕੁ ਖਾਸ ਹੁੰਦੇ ਆ, ਇਹ ਕਦੇ ਨਹੀਂ ਹੁੰਦੇ। ਜੇ ਇਹ ਪੀੜਤ ਹੈ ਤੇ ਮਾਰੇ ਕਿਹਨੇ? ਪਬਲਿਕ ਨੇ ਮਾਰੇ ਹੋਏ ਆ, ਕਿਸੇ ਹੋਰ ਡਿਪਾਰਟਮੈਂਟ ਨੇ, ਕੋਰਟਾਂ ਨੇ ਮਾਰੇ ਹੋਏ ਆ। ਇਹ ਇਹਨਾਂ ਨੇ ਜਿਹੜੇ ਉੱਪਰ ਬੈਠੀਆਂ ਕੁਰਸੀਆਂ ਵਾਲੇ ਜਿਹੜੇ ਆ ਜ਼ਾਲਮ ਬੈਠੇ ਵਰਦੀਆਂ ਪਾ ਕੇ, ਠੀਕ ਹੈ, ਡਾਕੂ ਬੈਠੇ ਜਿਹੜੇ, ਇਹਨਾਂ ਨੇ ਮਾਰੇ ਹੋਏ ਆ ਇਹ, ਠੀਕ ਹੈ। ਇਹ ਕੋਈ ਕਿਸੇ ਬਾਹਰੋਂ ਕਿਸੇ ਹੋਰ ਨੇ ਨਹੀਂ ਮਾਰੇ ਹੋਏ। ਉਹਨਾਂ ਨੂੰ ਤੁਹਾਡੇ ਲੋਕਾਂ ਨਾਲ ਕੀ ਇਤਰਾਜ਼ ਹੈ ਜਾਂ ਕੀ? ਇਤਰਾਜ਼ ਕਿਉਂ ਨਹੀਂ ਹੈਗਾ? ਇੱਕ ਮਿੰਟ ਵਿੱਚ ਨਾ ਸਾਹ ਟੁੱਟ ਜਾਂਦਾ ਸਾਰਾ। ਗੁਲਾਮੀ ਜਿਹੜੀ ਹੁੰਦੀ, ਜਿਹੜਾ ਬੰਦਾ ਗੁਲਾਮੀ ਦੇ ਖਿਲਾਫ ਬੋਲਦਾ, ਉਹ ਇਤਰਾਜ਼ ਇਹਨਾਂ ਨੂੰ। ਇਹ ਉਹ ਲੋਕ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਕਿਸੇ ਗਲਤ ਹੁਕਮ ਦੀ ਪਾਲਣਾ ਨਹੀਂ ਕੀਤੀ ਹੁੰਦੀ। ਉਹ ਲੋਕ ਨੇ। ਉਹ ਇੱਥੇ ਕਹਿੰਦੇ ਵੀ ਜੋ ਮੂੰਹ ਚੋਂ ਨਿਕਲ ਜੇ ਉਹਨੂੰ ਪੂਰਾ ਕੀਤਾ ਜਾਵੇ। ਤਾਂ ਇਸ ਕਰਕੇ ਇਹਨਾਂ ਦੀ ਗੁਲਾਮੀ ਦੇ ਅਗੇਂਸਟ ਜਿਹੜੇ ਬੰਦਿਆਂ ਨੂੰ ਨੁਕਸਾਨ ਹੋਇਆ ਹੈਗਾ, ਇਹ ਉਹ ਲੋਕ ਨੇ। ਮੇਰੀ ਬਾਈਟ ਤੋਂ ਬਾਅਦ ਤੁਸੀਂ ਇਹਨਾਂ ਦੀ ਸਪੈਸ਼ਲ ਬਾਈਟ ਜੋ ਸੁਣਿਆ ਜੇ ਗੱਲ ਕਰਨੀ ਚਾਹੁੰਦੇ ਹੁੰਦੇ, ਪਰ ਪਹਿਲਾਂ ਮੇਰੇ ਨਾਲ ਗੱਲ ਮਿਲ ਲਓ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜੇ ਇਹ ਤੁਹਾਨੂੰ ਪਤਾ ਕਿ ਇੱਥੇ ਸੁਣਵਾਈ ਹੋਈ ਨਹੀਂ ਹੋਣੀ, ਫਿਰ ਇੱਥੇ ਆਉਣ ਦਾ ਇੱਕ ਪਾਸੇ ਤੁਸੀਂ ਉਹਨਾਂ ਨੂੰ ਕੋਸ਼ੀ ਜਾਂਦੇ ਹੋ, ਫਿਰ ਉਹਨਾਂ ਕੋਲ ਹੁਣ ਕੀ ਅਸੀਂ ਰਾਈਫਲਾਂ ਚੱਕ ਲਈਏ? ਤੁਸੀਂ ਦੱਸੋ, ਡੈਮੋਕ੍ਰੇਸੀ ਹੈ, ਹੱਲ ਕੀ ਹੈਗਾ ਸਾਡੇ ਕੋਲ? ਤੁਸੀਂ ਦੱਸ ਦਿਓ ਵੀ ਅਸੀਂ ਇਸ ਤੋਂ ਇਲਾਵਾ ਹੋਰ ਕੀ ਹੱਲ ਕਰੀਏ, ਠੀਕ ਹੈ। ਇਹੀ ਦੋ ਹੀ ਹੁੰਦਾ ਨਾ, ਜਾਂ ਆਪਣੀ ਆਵਾਜ਼ ਡੈਮੋਕ੍ਰੇਸੀ ਚੱਕੀਏ, ਜਾਂ ਅਸੀਂ ਹਥਿਆਰ ਚੱਕ ਲਈਏ। ਉਹ ਤਾਂ ਅਸੀਂ ਇਸ ਯੋਗ ਹੈ ਨਹੀਂਗੇ, ਸਾਡੇ ਪੱਲੇ ਕੁਝ ਨਹੀਂ ਹੈਗਾ। ਆਵਾਜ਼ ਫਿਰ ਇਸੇ ਕਰਕੇ ਆਏ, ਆਵਾਜ਼ ਚੱਕਣ ਵਾਸਤੇ ਇਹੀ ਕੁਝ ਲੋਕ ਹੈ। ਜੇ ਉੱਪਰਾਂ ਅਦਾਲਤਾਂ 'ਚ ਜਾਵਾਂਗੇ ਉੱਥੇ ਵੀ ਇਹ ਕੁਝ ਬੈਠਾ ਹੈ, ਹਾਈ ਕੋਰਟ 'ਚ ਜਾਵਾਂਗੇ ਉੱਥੇ ਵੀ ਇਹ ਕੁਝ ਬੈਠਾ ਹੈ। ਮਜਬੂਰੀ ਹੈ ਕਿ ਇਹਨਾਂ ਕੋਲੇ ਜਾਣਾ ਪੈਂਦਾ, ਕਾਤਲਾਂ ਕੋਲੇ ਹੀ ਜਾਣਾ ਪੈਂਦਾ ਕਿ ਅਸੀਂ ਤੁਹਾਡੇ ਜਿਹੜੇ ਮਜਲੂਮ ਹੈਗੇ ਆ। ਇੱਕ ਹਾਈ ਕੋਰਟ ਦਾ ਜੱਜ ਮੇਰਾ ਸਟੇ ਵਿਕੇਟ ਕਰਾ ਕੇ ਡਿਸਮਿਸ ਕਰਾ ਰਿਹਾ ਮੈਨੂੰ, ਉਸ ਤੋਂ ਬਾਅਦ ਮੇਰੀ ਜਿਹੜੀ ਹੈਗੀ ਹੈ ਉਹ ਰਿਟ ਹੈ ਜਿਹੜੀ ਉਹਦੇ ਲੱਗ ਰਹੀ ਹੈ,
ਠੀਕ ਹੈ। ਆਹ ਤਾਂ ਇਹਨਾਂ ਦਾ ਸਿਸਟਮ ਹੈ ਵੀ ਪਹਿਲਾਂ ਥੋੜਾ ਹੋਰ ਆਪਣਾ ਵਧਾ ਕੇ ਸਿਰ ਸੁਰਾਓ, ਅਜੇ ਬਲੱਡ ਬਲੂਡ ਦਿਸਦਾ ਨਹੀਂ ਤੁਹਾਡੇ 'ਚ ਆਉਂਦਾ, ਫਿਰ ਉਦੋਂ ਬਾਅਦ ਸੁਣਵਾਈ ਕਰਾਂਗੇ। ਸੁਣਵਾਈ ਤਾਂ ਫਿਰ ਵੀ ਕਿਹਨੇ ਕਰਨੀ ਹੁੰਦੀ ਹੈ? ਜਿੰਨੇ ਵੀ ਕਾਂਗਰਸੀ ਨੇਤਾ ਇੱਥੇ ਆ ਰਹੇ ਆ ਹਾਈ ਕਮਾਨ ਦੇ ਜਾਂ ਜਿੰਨੇ ਵੀ ਹਜੇ ਤੱਕ ਇੱਥੇ ਬੈਠੇ ਵੀ ਆ, ਰੋਜ਼ ਆਪਾਂ ਦੇਖਦੇ ਆ, ਉਹ ਸਾਰੇ ਕਹਿ ਰਹੇ ਕਿ ਭਾਰਤ ਭੂਸ਼ਣ ਆਸ਼ੂ ਦੇ ਅਗੇਂਸਟ ਇੱਕ ਕਨਸਪੀਰੈਂਸੀ ਰਚੀ ਜਾ ਰਹੀ ਹੈ। ਠੀਕ ਹੈ, ਹੋ ਸਕਦਾ ਸਕੂਟਰਾਂ ਦੇ ਨੰਬਰ ਪਾਏ ਗਏ ਹੋਣ, ਮੋਟਰਸਾਈਕਲਾਂ ਦੇ, ਪਰ ਕੁੱਲ ਮਿਲਾ ਕੇ ਅਨਾਜ ਤਾਂ ਪੂਰਾ ਪਹੁੰਚਿਆ, ਅਨਾਜ ਤਾਂ ਕਿਤੇ ਨਹੀਂ ਘਟਿਆ, ਸੋ ਪੈਸੇ ਵੀ ਪ੍ਰੋਪਰ ਦਿੱਤੇ ਗਏ ਆ। ਇਹ ਤਾਂ ਠੀਕ ਹੈ, ਇੱਕ ਟੈਕਨੀਕਲ ਕਲੈਰੀਕਲ ਮਿਸਟੇਕ ਹੈ, ਪਰ ਇਹਨਾਂ ਨੇ ਇੱਕ ਮੁੱਦਾ ਬਣਾਇਆ ਹੋਇਆ। ਇਹ ਤਾਂ ਮੈਨੂੰ ਇਹ ਲੱਗਦਾ ਜਿਵੇਂ ਤੁਸੀਂ ਉਹਨਾਂ ਦੇ ਪੱਖ ਦੇ ਵਿੱਚ ਆਏ ਹੋ, ਤੁਸੀਂ ਕਿਵੇਂ ਕਹਿ ਸਕਦੇ ਹੋ ਸਾਰਾ ਕੁਝ ਮੈਂ ਹੈਗਾ, ਤਾਂ ਕਲੈਰਿਟੀ ਹੈ। ਕਹਿ ਰਿਹਾ, ਤੁਹਾਨੂੰ ਪੁੱਛ ਰਿਹਾ, ਤੁਸੀਂ ਪੁਲਿਸ ਅਧਿਕਾਰੀ ਰਹੇ ਹੋ, ਠੀਕ ਹੈ। ਤੁਸੀਂ ਸਾਨੂੰ ਗਾਈਡ ਕਰ ਸਕਦੇ ਹੋ, ਤੁਸੀਂ ਜਨਤਾ ਨੂੰ ਬਿਲਕੁਲ ਝੂਠ ਨੇ, ਚਿੱਟੇ ਝੂਠ ਨੇ, ਉਹਨਾਂ ਦੀ ਕਿਹਾ ਗੱਲਾਂ ਨੂੰ ਇੱਥੇ ਨਾ ਲਿਆਓ, ਠੀਕ ਹੈ। ਜਿਹਨੂੰ ਤੁਸੀਂ ਫੜ ਕੇ ਜੇ ਕਿਸੇ ਗੱਪ ਦੋਸਤ ਚ ਲੈ ਕੇ ਆਉਂਦੇ ਹੋ, ਇਹ ਤਾਂ ਤੇਲੂ ਰਾਮ ਵੀ ਤੁਸੀਂ ਇੱਥੇ ਕਹਿੰਦੇ ਤੇਲੂ ਰਾਮ ਮੁਕਰ ਗਿਆ। ਤੇਲੂ ਰਾਮ ਕਿਵੇਂ ਨਹੀਂ ਮੁਕਰੂਗਾ? ਕੌਣ ਕਹਿੰਦਾ ਹੁੰਦਾ ਕੋਰਟਾਂ 'ਚ ਜਾ ਕੇ ਕੋਈ ਕਹਿੰਦਾ ਹੁੰਦਾ ਵੀ ਮੈਂ ਇਹ ਕੀਤਾ? ਜਿਹੜੀਆਂ ਡਾਇਰੀਆਂ ਲਿਖੀਆਂ, ਜਿਹੜੀ ਐਵੀਡੈਂਸ ਆ ਉਹ ਬਾਅਦ ਵਿੱਚ ਵੇਖੀ ਜਾਊਗੀ। ਤਾਂ ਇਹ ਸਾਰੇ ਲੋਕ ਜਿਹੜੇ ਹੈਗੇ ਆ, ਇਹ ਕੱਲ ਤੱਕ ਸ਼ੇਰ ਬਣੇ ਹੋਏ ਸੀਗੇ, ਕਿਉਂਕਿ ਕੱਲ ਤੱਕ ਅਸੀਂ ਹੈ ਨਹੀਂ ਸੀਗੇ। ਕੱਲ ਵੀ ਮੈਂ ਗਿਆ, ਅੱਜ ਉਡੀਕਦੇ ਆ, ਕੱਲ ਵੀ ਫਿਰ ਉੱਥੇ ਜਾਵਾਂਗੇ, ਦੇਖਦੇ ਕਿੰਨੇ ਚਿਰ ਖੜਨਗੇ ਸਾਹਮਣੇ। ਜਦੋਂ ਇਹ ਪ੍ਰਸ਼ਾਸਨ ਤਾਂ ਜਿਹੜਾ ਇਹਨਾਂ ਦੇ ਸਾਹਮਣੇ ਗੋਡੇ ਟੇਕੀ ਬੈਠਾ, ਜਿਹੜੀ ਆਪ ਸਰਕਾਰ ਹੈ ਉਹ ਘਰੇ ਵੜੇ ਬੈਠੇ ਹੈ, ਠੀਕ ਹੈ, ਬੋਲਣ ਵਾਲਾ ਕੋਈ ਹੈ ਨਹੀਂ। ਤੇ ਇਹ ਜੇ ਕਤੀੜਾਂ ਕਿਉਂ ਨਹੀਂ ਛਾਲਾਂ ਮਾਰਨਗੀਆਂ? ਜਦੋਂ ਮਤਲਬ ਕੋਈ ਪੁੱਛਣ ਵਾਲਾ ਕੋਈ ਨਾ ਹੋਵੇ ਤਾਂ ਬਾਂਦਰ ਟਪੂਸੀਆਂ ਤਾਂ ਮਾਰਨਗੇ ਨਾ। ਹੁਣ ਸੁਣ ਲਓ ਪੂਰੀ ਗੱਲ, ਬਾਂਦਰਾਂ ਨੂੰ ਟਪੂਸੀਆਂ ਤੋਂ ਰੋਕਣ ਵਾਸਤੇ ਪਤਾ ਕੌਣ ਚਾਹੀਦਾ ਹੁੰਦਾ? ਲੰਗੂਰ ਚਾਹੀਦਾ ਹੁੰਦਾ। ਆ ਲੰਗੂਰ ਖੜੇ ਆ ਸਾਰੇ ਵੱਡੀਆਂ ਪੂਛਾਂ ਵਾਲੇ, ਠੀਕ ਹੈ, ਇਹਨਾਂ ਨੇ ਮਾਰ ਪੁੱਛਾਂ ਨੇ, ਇਹਨਾਂ ਨੂੰ ਬੰਦੇ ਬਣਾ ਦਿਆਂਗੇ ਇਹਨਾਂ ਨੂੰ, ਠੀਕ ਹੈ। ਤਾਂ ਇਸ ਕਰਕੇ ਇਹਨਾਂ ਨੂੰ ਉੱਥੇ ਕੋਈ ਪੁੱਛਣ ਵਾਲਾ ਕੋਈ ਨਹੀਂ ਸੀਗਾ। ਹੁਣ ਅਸੀਂ ਹੈਗੇ ਆ, ਹੁਣ ਵੇਖਾਂਗੇ ਕਿੰਨਾ ਚਿਰ ਆਉਣ ਇੱਥੇ ਸਾਹਮਣੇ ਅੱਖਾਂ ਚੱਕ ਪਾ ਕੇ ਗੱਲ ਤਾਂ ਕਰਨ। ਕੱਲ ਮੈਂ ਆਵਾਜ਼ਾਂ ਮਾਰ ਬੁਲਾਉਂਦਾ ਸੀਗਾ, ਠੀਕ ਹੈ, ਇਹਨਾਂ ਦੀ ਹਿੰਮਤ ਹੀ ਹੈ ਨਹੀਂ ਗੀ। ਥੈਂਕ ਯੂ ਜੀ, ਬਹੁਤ ਵਧੀਆ ਜੀ, ਧੰਨਵਾਦ। ਇੱਕ ਉਹ ਦਰਜੀ ਚੋਰ ਜਿਹੜਾ ਹੈਗਾ, ਹੁਣ ਤਾਂ ਇੱਕ ਫੈਮਿਲੀ ਮਾਰਨ ਦਾ ਵੀ ਇੰਤਜ਼ਾਮ, ਇਲਜ਼ਾਮ ਉਹਦੇ ਤੇ ਆ ਗਿਆ ਕਿ ਇੱਕ ਫਰੀਦਕੋਟ ਦੀ ਇੱਕ ਫੈਮਿਲੀ ਨੇ ਸੁਸਾਈਡ ਕਰ ਲਿਆ ਸੀਗਾ, ਜਿਹਦੇ 'ਚ ਇਹਦਾ ਨਾਮ ਲਿਖਿਆ ਹੋਇਆ ਸੀ, ਜਿਹਨੂੰ ਧੱਕੇ ਨਾਲ ਵੜ ਕੇ ਰਾਜੀਨਾਮਾ ਕਰਵਾ ਕੇ ਤੇ ਇਹਨਾਂ ਨੇ ਉਹਨਾਂ ਨੂੰ ਦਬਾ ਲਿਆ। ਉਹ ਵੀ ਆ ਰਹੇ ਆ, ਉਹ ਵੀ ਬਹੁਤ ਕੁਝ ਹੋਣਗੇ, ਠੀਕ ਹੈ। ਤਾਂ ਇਹ ਜਿਹੜਾ ਜਿਵੇਂ ਆਸ਼ੂ ਦੇ ਖਿਲਾਫ ਕਤਲਾਂ ਦਾ ਸਿਸਟਮ ਚੱਲਿਆ, ਇਹ ਰਾਜਾ ਵੜਿੰਗ ਵੀ ਹੈਗਾ ਜਿਹੜਾ ਜਿਹੜੀਆਂ ਡਕੈਤੀਆਂ ਨੂੰ ਛੱਡ ਕੇ ਹੁਣ ਕਤਲਾਂ ਵਾਲੇ ਪਾਸੇ ਵੀ ਜਾਊਗਾ, ਉਹਦੀ ਵੀ ਪੈਰਵਾਈ ਕਰਾਂਗੇ ਪੂਰੀ ਦੀ। ਤੁਸੀਂ ਇੱਕ ਪੁਲਿਸ ਅਫਸਰ ਰਹੇ ਹੋ, ਡੀਐਸਪੀ ਰੈਂਕ ਤੇ ਰਹੇ ਹੋ, ਔਰ ਜੇ ਗੱਲਬਾਤ ਕਰੀਏ ਤੇ ਤੁਸੀਂ ਇਹ ਦੱਸੋ ਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵਿੱਚ ਇਨਕੁਆਇਰੀ ਜਿਹੜੀ ਚੱਲ ਰਹੀ ਹੈ, ਤੁਸੀਂ ਸੈਟੀਸਫਾਈਡ ਹੈਗੇ ਉਸ ਤੋਂ? ਸੈਟੀਸਫਾਈਡ ਇਸ ਤਰ੍ਹਾਂ ਹੈ ਕਿ ਮੈਂ ਅੱਜ ਦੀ ਗੱਲ ਕਰਦਾ ਤਾਂ ਮੈਂ ਸੈਟੀਸਫਾਈਡ ਹਾਂ, ਕਿਉਂਕਿ ਇੱਕ ਹਾਰਡਕੋਰ ਆਦਮੀ ਜਿਹਨੂੰ ਮੇਰੇ ਵਰਗਾ ਆਦਮੀ ਵੀ ਐਕਸਪੈਕਟ ਨਹੀਂ ਕਰਦਾ ਸੀ ਕਿ ਏਡੀ ਜਲਦੀ ਫੜਿਆ ਜਾਊਗਾ। ਮੇਰੇ ਏਜੰਡੇ 'ਚ ਨਹੀਂ ਸੀ 2-4 ਮਹੀਨੇ ਅਜੇ ਤੱਕ, ਕਿਉਂਕਿ ਇਹਦੇ ਕੋਲ ਬਹੁਤ ਪੈਸਾ ਨਿਚੋੜਨ ਵਾਸਤੇ। ਮਤਲਬ ਪੈਸਾ ਹੈਗਾ, ਉਹ ਕਹਿੰਦੇ ਇਹ ਤਾਂ ਹੈ ਹੀ ਨਹੀਂ, ਕੁਛ ਹੀ ਨਹੀਂ। ਹਾਂਜੀ ਹਾਂ, ਉਹ ਤਾਂ ਤੁਸੀਂ ਪਹਿਲਾਂ ਵੀ ਦੱਸ ਕੇ ਹਟੇ ਇਹਨਾਂ ਦੀ ਗੱਲ, ਠੀਕ ਹੈ। ਉਹਨੂੰ ਛੱਡੀਏ ਆਪਾਂ ਗੱਲ, ਪੈਸਾ ਤਾਂ ਨਾ ਹੁੰਦਾ ਤਾਂ ਫਿਰ ਕੀ ਲੋੜ ਸੀ ਇਹਨੂੰ ਇੱਥੇ ਬੈਠਣ ਦੀ। ਤਾਂ ਗੱਲ ਇਹ ਹੈ ਵੀ ਜਦੋਂ ਕੋਈ ਚੀਜ਼ ਵਰਕਿੰਗ 'ਚ ਹੈਗੀ ਹੈ, ਕੰਮ ਕਰ ਰਹੀ ਹੈ, ਸਭ ਤੋਂ ਵੱਡਾ ਜਿਹੜਾ ਪੋਜ਼ਿਟਿਵ ਹੈ ਉਹ ਇਹ ਹੈ ਕਿ ਇਹਦਾ ਜਿਹੜਾ ਮੈਨੂੰ ਉਹਦੇ ਵਿੱਚ ਜਿਹੜਾ ਸ਼ਾਮਲ ਜਿਹੜਾ ਕਰਨਾ, ਠੀਕ ਹੈ। ਮੇਰੀ ਕਿਹੜਾ ਕੋਈ ਸੁਣਵਾਈ, ਮੇਰੇ ਕੋਲ ਨਾ ਆਪ ਵਾਲੀ ਕੋਈ ਪਾਵਰ ਹੈ, ਨਾ ਮੇਰੇ ਕੋਲ ਕੋਈ ਹੋਰ ਅਹੁਦਾ ਹੈ, ਜਾਂ ਨਾ ਮੇਰੀ ਕੋਈ ਇਸ ਤਰ੍ਹਾਂ ਦੀ ਸਟਰੈਂਥ ਹੈਗੀ ਹੈ। ਇਸ ਦੇ ਬਾਵਜੂਦ ਵੀ ਬਤੌਰ ਵਿਟਨੈਸ ਜੇ ਮੈਨੂੰ ਲਿਆ ਗਿਆ, ਤੇ ਇਹਨੂੰ ਪੁਲਿਸ ਦੀ ਜਿਹੜੀ ਹੈਗੀ ਹੈ ਸਹੀ ਕਾਰਗੁਜ਼ਾਰੀ ਹੀ ਕਹਾਂਗੇ ਨਾ। ਹੁਣ ਤਾਂ ਮੈਂ ਵਿੱਚ ਆ ਗਿਆ ਨਾ, ਹੁਣ ਤਾਂ ਮੈਨੂੰ ਕੱਢਿਆ ਨਹੀਂ ਜਾ ਸਕਦਾ, ਮੈਨੂੰ ਰੋਕਿਆ ਜਾ ਸਕਦਾ ਸੀ, ਠੀਕ ਹੈ, ਕਿਉਂਕਿ ਮੇਰੀ ਸੁਣਵਾਈ ਕੋਈ ਨਹੀਂ ਹੈਗੀ। ਆਏ ਨੂੰ ਹੁਣ ਵਾਪਸ ਨਹੀਂ ਕੀਤਾ ਜਾ ਸਕਦਾ। ਹੁਣ ਮੈਂ ਸਾਰੀ ਐਵੀਡੈਂਸ ਦੇਵਾਂਗਾ, ਤੇ ਫਿਰ ਜੇ ਪੁਲਿਸ ਠੀਕ ਕੰਮ ਕਰ ਰਹੀ ਹੈ ਤਾਂ ਪੁਲਿਸ ਠੀਕ ਕੰਮ ਕਿਉਂ ਕਰ ਰਹੀ ਹੈ? ਕਿਉਂਕਿ ਉੱਤੋਂ ਠੀਕ ਕਰਵਾਇਆ ਜਾ ਰਿਹਾ। ਇਹ ਨਹੀਂ ਕਿ ਵਿਜੀਲੈਂਸ ਠੀਕ ਕਰ ਰਹੀ ਹੈ, ਵਿਜੀਲੈਂਸ ਤੋਂ ਠੀਕ ਕਰਵਾਇਆ ਜਾ ਰਿਹਾ ਹੈ। ਇਹਦੇ ਸੀਨੀਅਰ ਅਫਸਰਾਂ ਨੂੰ ਇਹ ਹੁਕਮ ਹੈ, ਇਸ ਤੋਂ ਉੱਪਰ ਸਰਕਾਰ ਦਾ ਹੁਕਮ ਹੈ, ਤੇ ਇਸ ਕਰਕੇ ਸਰਕਾਰ ਤੱਕ ਜਾਂਦੇ ਅਸੀਂ ਵੀ ਚੰਗੀ ਗੱਲ ਕਰ ਰਹੇ ਆ। ਸੋ ਤੁਸੀਂ ਇਹ ਕਹਿ ਰਹੇ ਹੋ ਜਿਹੜੇ ਭਾਰਤ ਭੂਸ਼ਣ ਆਸ਼ੂ, ਤੁਹਾਡੇ ਤਜਰਬੇ ਦੇ ਹਿਸਾਬ ਨਾਲ ਭਾਰਤ ਭੂਸ਼ਣ ਆਸ਼ੂ ਦੀ ਜਿਹੜੀ ਇਨਕੁਆਇਰੀ ਚੱਲ ਰਹੀ ਹੈ ਇਸ ਮਾਮਲੇ ਦੇ ਵਿੱਚ, ਜਿਵੇਂ ਜਿਹੜੇ ਕਿਹਾ ਜਾ ਰਿਹਾ ਇੱਕ ਪ੍ਰਾਪਰਟੀ ਡੀਲਰ ਨੂੰ ਬੁਲਾਇਆ ਗਿਆ ਸੀ ਜਾਂਚ ਲਈ, ਜਾਂ ਮੀਨੂ ਮਲਹੋਤਰਾ ਕਾਬੂ 'ਚ ਨਹੀਂ ਆਇਆ, ਸੋ ਹੋਰ ਕਿਹੜੇ ਲੋਕਾਂ ਨੂੰ? ਉਹ ਤਾਂ ਤੁਸੀਂ ਸਾਰਾ ਸ਼ਹਿਰ ਗਿਣ ਲਓ। ਤੁਹਾਡੇ ਅਰੋੜਾ ਸਾਹਿਬ ਜਿਹੜੇ ਤੁਸੀਂ ਇੱਥੋਂ ਬਣਾ ਕੇ ਭੇਜੇ ਹੋਏ ਆ, ਰਾਜ ਸਭਾ ਦੇ ਮੈਂਬਰ, ਕੀ ਪਤਾ ਤੁਹਾਡੇ ਪ੍ਰੇਮੀ ਨਾ ਹੋਣ ਕਿਤੇ, ਉਹਦੇ ਬਾਰੇ ਵੀ ਜ਼ਿਕਰ ਕਰਦੇ ਆ। ਹੈਂਪਟਨ ਹੋਮਸ ਕੀ ਹੈਗਾ ਸਾਰੀ ਦੁਨੀਆ ਜਾਣਦੀ ਨਹੀਂ, ਤੁਸੀਂ ਨਹੀਂ ਜਾਣਦੇ। ਤੁਸੀਂ ਆਪ ਇੰਟਰਵਿਊ ਨਹੀਂ ਕੀਤੀ ਟਾਂਡਾ ਸਾਹਿਬ ਦੀ, ਮੈਨੂੰ ਦੱਸਣ ਦੀ ਲੋੜ ਹੈ ਕਿ ਕੀ ਹੈ, ਕਿਹਦੇ ਹਿੱਸੇ ਹੈਗੇ ਆ। ਆਸ਼ੂ ਦਾ ਹੀ ਸਾਰਾ ਕੁਝ ਕਿਉਂ ਨਹੀਂ ਹੈਗਾ? ਹਿੰਮਤ ਸੂਦ ਦਾ ਸਾਰਾ ਕੁਝ ਕਿਉਂ ਨਹੀਂ ਹੈਗਾ? ਉਹ ਇਕੱਠੀਆਂ ਫੋਟੋਆਂ ਜਿਹੜੀਆਂ ਹਿੰਮਤ ਸੂਦ ਦੀਆਂ, ਸੰਜੀਵ ਅਰੋੜੇ ਦੀਆਂ ਦੁਨੀਆ ਨੇ ਨਹੀਂ ਵੇਖੀਆਂ, ਰਾਘਵ ਚੱਡੇ ਨਾਲ ਨਹੀਂ ਵੇਖੀਆਂ, ਭਗਵੰਤ ਮਾਨ ਨਾਲ ਨਹੀਂ ਵੇਖੀਆਂ, ਸਭ ਨੇ ਵੇਖੀਆਂ ਹੋਈਆਂ। ਇਸ ਕਰਕੇ ਉਹਨਾਂ ਦਾ ਕੀ ਕਸੂਰ ਹੈ? ਉਸ ਤੋਂ ਬਾਅਦ ਵੀ ਜੇ ਭਾਰਤ ਭੂਸ਼ਣ ਆਸ਼ੂ ਤਾਂ ਜੇ ਉਹਨਾਂ ਦੇ ਕੁਝ ਹੁੰਦਾ ਉਹਦੇ ਨਾਲ, ਤੇ ਭਾਰਤ ਭੂਸ਼ਣ ਆਸ਼ੂ ਅੱਗੇ ਇਦਾਂ ਥੋੜੀ ਅੰਦਰ ਹੁੰਦੇ ਜਿਸ ਹਿਸਾਬ ਨਾਲ ਹਿਰਾਸਤ 'ਚ ਜਿਵੇਂ ਇਹ ਸਮਾਂ ਬਦਲਦਾ ਹੈ ਜੀ। ਹੁਣ ਇਹਨਾਂ ਦਾ ਮੈਂ ਇਨਵੈਸਟੀਗੇਟਰ ਨਹੀਂ, ਨਾ ਤਾਂ ਮੈਂ ਭਗਵੰਤ ਮਾਨ ਹੈ, ਨਾ ਮੈਂ ਅਰੋੜਾ ਹੈ, ਨਾ ਮੈਂ ਚੱਡਾ। ਪੁਲਿਸ ਅਧਿਕਾਰੀ ਰਹੇ, ਫਿਰ ਮੈਂ ਦੱਸ ਰਿਹਾ ਨਾ, ਮੈਂ ਆਪਣੇ ਤਜਰਬਿਆਂ ਤੇ ਹੈਰਾਨੀ ਪ੍ਰਗਟ ਕਰਦਾ ਕਿ ਏਡੀ ਛੇਤੀ ਅੰਦਰ ਨਹੀਂ ਹੋਣਾ ਚਾਹੀਦਾ ਸੀ ਇਹ। ਅਜੇ ਇਹਦੇ ਮਤਲਬ ਹੱਡਾਂ ਦੇ ਵਿੱਚ ਤੇ ਮਾਸ ਦੇ ਵਿੱਚ ਬਹੁਤ ਖੂਨ ਸੀਗਾ ਪੀਣ ਵਾਸਤੇ, ਚੋਕਾਂ ਦੇ,
ਤੇ ਜੇ ਪਹਿਲਾਂ ਆਇਆ ਤੇ ਇਹਦੇ 'ਚ ਕੋਈ ਹੋਰ ਘਟਨਾ ਵਾਪਰੀ ਹੈ ਜਿਹਨੂੰ ਕੋਈ ਚੰਗੇ ਰੂਪ ਵੇਖਿਆ ਜਾ ਸਕਦਾ। ਹੁਣ ਹਰ ਗੱਲ ਮੈਂ ਨੈਗੇਟਿਵ ਲੈਣ ਦਾ ਥੋੜਾ ਠੇਕਾ ਲਿਆ ਹੋਇਆ, ਕੋਈ ਚੰਗੀ ਗੱਲ ਵੀ ਸੋਚ ਸਕਦੇ ਆ। ਜਿਹੜੀ ਚੀਜ਼ ਮੈਂ ਨਹੀਂ ਸੋਚ ਸਕਦਾ ਅੱਜ ਵੀ ਇਹ ਸਰਕਾਰ ਕਰੂਗੀ ਤੇ ਉਹ ਕਰ ਰਹੀ ਹੈ, ਉਹ ਹੈਰਾਨੀ ਵੀ ਹੈਗੀ ਹੈ, ਉਹਦੀ ਪ੍ਰਸ਼ੰਸਾ ਵੀ ਕਰਾਂਗੇ। ਅਸੀਂ ਕੋਈ ਦੁਸ਼ਮਣੀ ਥੋੜਾ ਹੈਗੀ ਹੈ, ਇਹ ਚੰਗੇ ਕੰਮ ਕਰਨ। ਮੈਂ ਤਾਂ ਦਿਹਾੜੀ 'ਚ ਸਾਰੀ ਦਿਹਾੜੀ ਦੇ ਗੁਣ ਗਾ ਲਾਂਗੇ ਇਹਨਾਂ ਦੇ, ਸਾਡੀ ਕੀ ਪ੍ਰੋਬਲਮ ਇਹਨਾਂ ਨਾਲ। ਅਕਾਲੀਆਂ ਕਾਂਗਰਸੀਆਂ ਨੇ ਤਾਂ 100% ਖਾ ਗਏ ਸਟੇਟ ਨੂੰ, ਆਪ ਵਾਲਿਆਂ ਦਾ ਜੇ ਮੌਕਾ ਨਹੀਂ ਲੱਗਿਆ, ਇਹਨਾਂ ਨੇ ਤਾਂ ਆਪਦਾ ਮੰਤਰੀ ਵੀ ਮਾਰ ਲਿਆ ਇੱਕ, ਅਜੇ ਵਿਚਾਰਾ ਸੌਦੇਬਾਜ਼ੀ ਕਰਨ ਲੱਗਿਆ ਸੀਗਾ। ਅਜੇ ਤਾਂ ਕੁਝ ਚੱਲਣਾ ਸੀ ਨਾ ਕੰਮ, ਜਿਹੜੀ ਨੇ 5-10 ਲੱਖ ਲੈਣਾ ਸੀ ਉਹ ਤਾਂ ਤੁਸੀਂ ਫੜ ਕੇ ਅੰਦਰ ਦੇਤਾ, ਠੀਕ ਹੈ। ਤੇ ਬਾਕੀ ਆ ਜਿਹੜਾ ਕੀਤਾ, ਹੁਣ ਮੈਂ ਥੋੜਾ ਜਿਹਾ ਮੇਰਾ ਵੀ ਮੂੰਹ ਬੰਦ ਹੁੰਦਾ ਇਸ ਕਰਕੇ ਕਿ ਜਿਹੜੀ ਚੀਜ਼ ਚੰਗੀ ਹੈ ਉਹਨੂੰ ਚੰਗਾ ਕਹਿਣਾ ਪੈਂਦਾ। ਇਹਦਾ ਅੰਜਾਮ ਦੇਖਦੇ ਆ ਕਿੱਧਰ ਨੂੰ ਜਾਂਦਾ ਹੈ। ਜੇ ਕੱਲ ਨੂੰ ਮਤਲਬ ਇਹ ਜਲਦੀ ਕੱਢ ਕੇ ਇਹਨੂੰ ਮਤਲਬ ਇਹਦੇ ਖਿਲਾਫ ਕੁਛ ਨਾ ਕਰ ਸਕੇ, ਜ਼ਮਾਨਤਾਂ ਨਹੀਂ ਕਰਨ 'ਚ ਮਦਦ ਕੀਤੀ, ਹਾਈ ਕੋਰਟਾਂ ਤੇ ਚਲੋ ਪੈਸੇ ਲੈ ਕੇ ਕਰਨਾ ਹੀ ਹੁੰਦਾ ਹੈ, ਉਹ ਤਾਂ ਬੈਠੇ ਬਕਾਊ ਹਾਈ ਕੋਰਟ ਵਾਲੇ ਤਾਂ ਟਿੱਪਣੀ ਨਹੀਂ ਕਰਦੇ। ਜੇ ਕੋਈ ਇਨਸਾਫ ਹੈਗਾ ਤਾਂ ਥੱਲੇ ਹੈਗਾ, ਇਹਨਾਂ ਕੋਰਟਾਂ 'ਚ ਹੈਗਾ ਥੋੜਾ ਬਹੁਤ ਸਟਾਫ, ਉੱਪਰ ਕੁਛ ਨਹੀਂ ਹੈਗਾ ਕਿਉਂਕਿ ਉੱਪਰਲੇ ਉਹ ਜਿਹੜੇ ਹੈਗੇ ਆ ਉਹ ਸਿਲੈਕਟਡ ਨੇ, ਇਲੈਕਟਡ ਸੌਰੀ, ਇਹ ਸਿਲੈਕਟਡ ਨੇ। ਇਹ ਉਹ ਬੰਦੇ ਜਿਨ੍ਹਾਂ 'ਚ ਕੈਲੀਬਰ ਹੈਗਾ, ਜਿਹੜੇ ਕੰਪੀਟੀਸ਼ਨਾਂ 'ਚ ਆਏ ਆ। ਉਹ ਤਾਂ ਰਾਜਨੀਤੀ ਹੈ, ਜਿਹੜੀ ਰਾਜਨੀਤੀ ਨਾਲ ਅਸੀਂ ਆ ਗੰਦ ਪਰ ਪੋਲਿਟਿਕਸ ਦਾ ਬਣਾਇਆ ਹੋਇਆ, ਉਸੇ ਰਾਜਨੀਤਿਕ ਗੰਦ ਜਿਹੜਾ ਹੈਗਾ ਸਾਡਾ ਹਾਈ ਕੋਰਟਾਂ ਸੁਪਰੀਮ ਕੋਰਟਾਂ 'ਚ ਹੈਗਾ, ਉਹ ਤਾਂ ਸਿਲੈਕਟਡ ਲੋਕ ਨੇ। ਉਹ ਤਾਂ ਅੱਜ ਬੈਠਾ ਉਹਨੂੰ ਪਤਾ ਵੀ ਉਹਦੇ ਪੁੱਤ ਨੂੰ ਕਿਹੜੇ ਨੇ ਕਰਨਾ ਹੈ, ਉਹਦੇ ਭਤੀਜੇ ਨੂੰ ਕਿਹਨੇ ਕਰਨਾ ਹੈ, ਉਹਨੂੰ ਕਿਹਨੇ ਕੀਤਾ ਸੀ। ਆਹ ਤਾਂ ਸਾਰੀ ਗੇਮ ਹੈ, ਪੂਰੀ ਦੀ ਪੂਰੀ ਇੱਕ ਜੰਗ ਜਿਹੜੀ ਹੈਗੀ ਜੁਡੀਸ਼ੀਅਲ ਸਿਸਟਮ ਦੇ ਖਿਲਾਫ ਤੇ ਤੁਹਾਡੇ ਮੀਡੀਆ ਦੇ ਖਿਲਾਫ ਵੀ ਆਉਣ ਵਾਲੇ ਸਮੇਂ 'ਚ ਉੱਠੂਗੀ। ਇਹ ਸਭ ਤੋਂ ਵੱਡਾ ਚੌਥਾ ਥੰਮ ਜਿਹੜਾ ਬਣੇ ਫਿਰਦੇ ਨਾ ਤੁਸੀਂ ਲੋਕ, ਇਹ ਸਭ ਤੋਂ ਵੱਡਾ ਨੁਕਸਾਨ ਤੁਸੀਂ ਮੈਂ ਤਾਂ ਕਹਿਣਾ ਪੈਂਦਾ ਕਿਉਂਕਿ ਤੁਸੀਂ ਜਿਹੜੇ ਲੋਕ ਫਿਰ ਵੀ ਅਜੇ ਲੋਕ ਆਵਾਜ਼ ਪਹੁੰਚਾਉਂਦੇ। ਅੱਜ ਤੁਹਾਡੇ ਕਰਕੇ ਮੇਰੀ ਆਵਾਜ਼ ਜਿਹੜੀ ਹੈਗੀ ਦੁਨੀਆ ਤੱਕ ਗਈ ਹੈ। ਜੇ ਇੱਥੋਂ ਦੇ ਮੇਨ ਅਸੀਂ ਲਾਈਏ ਪ੍ਰਾਈਮ ਏਸ਼ੀਆ, ਔਨ 에ਅਰ, ਤੇਰਾ ਕਰਫਿਊ ਬਕਾਊ ਸਮਾਨ ਜਿੰਨਾ ਵੀ ਹੈਗਾ, ਜਿਹੜਾ ਨਾਮ ਭੁੱਲਣਾ ਜਾਵਾਂ ਮੈਂ, ਲਿਵਿੰਗ ਇੰਡੀਆ, ਤੁਹਾਡਾ ਨਿਊਜ਼ 18, ਠੀਕ ਹੈ, ਜਿਹੜੇ ਸਾਰੇ ਦੇ ਸਾਰਾ ਬਕਾਊ ਹੈਗੇ, ਵਿਕੇ ਹੋਇਆ ਮੀਡੀਆ। ਇਹ ਬੇੜਾਗਰ ਕਰਨ ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਸਭ ਤੋਂ ਵੱਡਾ ਯੋਗਦਾਨ ਹੈ ਉਹਦਾ ਆਪਣੇ ਜੁਡੀਸ਼ਰੀ ਦਾ ਔਰ ਪਲੱਸ ਮੀਡੀਆ ਦਾ। ਇਹ ਜਿਹੜੇ ਦੋ ਥੰਮ ਜਿਹੜੇ ਹੈਗੇ ਆ, ਇਹ ਸਭ ਤੋਂ ਪਹਿਲਾਂ ਇਹ ਢਾਉਣ ਵਾਲੇ ਆ। ਸਮਾਂ ਆਊਗਾ ਇਹਦੇ ਤੇ ਵੀ ਕੰਮ ਕਰਾਂਗੇ। ਤੁਹਾਨੂੰ ਇਹ ਨਹੀਂ ਲੱਗਦਾ ਡੀਐਸਪੀ ਸਾਹਿਬ ਕਿ ਜੇ ਅਸੀਂ ਤੁਹਾਡੀ ਗੱਲ ਜਿਹਦੀ ਗੱਲ ਅਸੀਂ ਰੱਖਦੀ ਹੈ ਉਹਦੇ ਲਈ 10 ਮਿੰਟ ਲਈ ਅਸੀਂ ਚੰਗੇ ਹੋ ਜਾਂਦੇ, ਜਿਹਦੇ ਐਂਟੀ ਹੋ ਜਾਂਦੇ ਉਹ ਕਹਿੰਦਾ ਕਿ ਮੀਡੀਆ ਬਕਾਊ ਹੋ ਗਿਆ? ਨਹੀਂ ਮੈਂ ਤੁਸੀਂ ਮੇਰੀ ਗੱਲ ਦਾ ਜਵਾਬ ਦਿਓ। ਮੈਂ ਗਲਤ ਕਹੀ ਹੈ ਤਾਂ ਮੈਂ ਤੁਹਾਡੇ ਤੋਂ ਕਹਿੰਦਾ, ਠੀਕ ਹੈ, ਤੁਹਾਡੇ ਤੋਂ ਜਵਾਬ ਮੰਗਦਾ। ਸਾਨੂੰ ਸਾਡੇ ਕਿਉਂ ਨਹੀਂ ਕਰਾਂਗੇ? ਤੁਸੀਂ ਕੁਝ ਮੀਡੀਆ ਵਾਲੇ ਬਕਾਊ ਸਰ, ਤੁਸੀਂ ਕਿਸੇ ਦਾ ਬਹੁਤ ਜਿਹੜੇ ਉੱਪਰਲੇ ਇਹਦਾ ਮਤਲਬ ਤੁਸੀਂ ਜਦੋਂ ਦੇ ਵੀ ਆਸ਼ੂ ਦੇ ਐਂਟੀ ਜਾਂ ਕਿਸੇ ਲੀਡਰ ਦੇ ਐਂਟੀ ਹੁੰਦੇ ਹੋ, ਤੁਸੀਂ ਹਮੇਸ਼ਾ ਦੂਜੀ ਪਾਰਟੀ ਨੂੰ, ਹਰੇਕ ਆਪੋਜੀਸ਼ਨ ਲੀਡਰ ਨੂੰ, ਹਰੇਕ ਬੰਦੇ ਨੂੰ ਗਲਤ ਕਹਿੰਦੇ ਹੋ ਕਿ ਸਾਰੀ ਦੁਨੀਆ ਗਲਤ ਹੈ। ਕਦੀ ਲੀਡਰ ਤੁਹਾਡਾ ਵੀਡੀਓ, ਤੁਹਾਡੇ ਇਲੈਕਸ਼ਨ 'ਚ ਤੁਹਾਡੇ ਮੀਡੀਆ ਨੂੰ ਮੈਂ ਪੈਸੇ ਦਿੰਦਾ ਰਿਹਾ, ਨਾ ਬੁਲਾਓ, ਬੋਲੋ, ਠੀਕ ਹੈ, ਕੀ ਬਰਬਰ ਕੇ ਨਾ ਬੁਲਾਓ, ਚੁੱਪ ਰਹੋ। ਮੈਂ ਲਿਫਾਫੇ ਭਰਤ ਕੇ ਦਿੰਦਾ ਰਿਹਾ, ਰਹਿਣ ਦਿਓ, ਠੀਕ ਹੈ, ਨਾ ਖਲਾਈਏ ਆਪਾਂ, ਠੀਕ ਹੈ, ਆਪਾਂ ਜੇ ਵਰਤਣਾ ਹੈਗਾ ਕੁਛ ਤੱਕ, ਠੀਕ ਹੈ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਰਹਿਣ ਦਈਏ, ਕੁਝ ਮਜਬੂਰੀਆਂ ਤੱਕ ਜਿਹੜੀਆਂ। ਉਹ ਯਾਰ ਪੁੱਛਣਾ ਕੀ ਪੁੱਛਣਾ, ਤੂੰ ਦੱਸ, ਇੱਕ ਮਿੰਟ ਇਹਨਾਂ ਨੂੰ ਪੁੱਛ ਲੈਣ ਦੇ, ਦੱਸੋ। ਨਹੀਂ, ਤੁਸੀਂ ਇਸ ਗੱਲ ਨੂੰ ਦੱਸੋ, ਇਸ ਗੱਲ ਦੀ ਪੁਸ਼ਟੀ ਦੱਸ ਰਿਹਾ, ਹੋਰ ਕੀ ਹੈ, ਮੈਂ ਆਪਣੀ ਗੱਲ ਕਰ ਰਿਹਾ। ਹੋਰ ਪੁਸ਼ਟੀ ਕਿਵੇਂ ਹੋਊਗੀ? ਬਿਲਕੁਲ ਦਿੱਤੇ ਹੈ। ਇਹਦਾ ਮਤਲਬ ਤੁਹਾਡੇ ਕਹੇ ਦਾ ਮਤਲਬ ਇਹ ਹੈ ਵੀ ਜਿਹੜੇ ਬੰਦੇ ਮੈਨੂੰ ਆਪਣੀ ਆਵਾਜ਼ ਆਪਣੀ ਉਠਾਉਣੀ ਪੈਣੀ ਸੀਗੀ, ਠੀਕ ਹੈ, ਕਿਉਂਕਿ ਇੱਥੇ ਪੈਸੇ ਦੀ ਭਾਸ਼ਾ ਬਿਨਾਂ ਕੋਈ ਜਾਣਦਾ ਹੀ ਨਹੀਂ ਹੈਗਾ। ਇਸ ਕਰਕੇ ਬਿਲਕੁਲ ਦੇਣੇ ਪਏ, ਇਲੈਕਸ਼ਨ ਦੇ ਵਿੱਚ ਦਿੱਤੇ ਆ। ਮੈਂ ਕਿੰਨਿਆਂ ਨੇ ਲਿੱਤੇ? ਉਹ ਸਾਰਿਆਂ ਨੇ ਲੈ, ਛੱਡੋ ਹੁਣ ਤੁਸੀਂ ਉਸ ਗੱਲ ਨੂੰ, ਕਾਹਨੂੰ